18 ਤੇ महापोल महा कवरेज लगातार जारी है। ਵੱਖ-ਵੱਖ ਏਜੰਸੀਆਂ ਦੇ ਐਗਜ਼ਿਟ ਪੋਲ ਅਸੀਂ ਦਿਖਾਵਾਂਗੇ ਕਿ ਐਗਜ਼ਿਟ ਪੋਲ ਦੇ ਵਿੱਚ ਕੀ ਨਿਕਲ ਕੇ ਆਉਂਦਾ ਹੈ ਪੰਜਾਬ ਦੀਆਂ 117 ਸੀਟਾਂ ਤੇ, ਔਰ ਫਿਰ ਉਹਨਾਂ ਐਗਜ਼ਿਟ ਪੋਲ ਦਾ महापोल ਨਿਊਜ਼ 18 ਤੇ ਚੱਲਦਾ ਰਹੇਗਾ। ਉਹਨਾਂ ਸਾਰੇ ਐਗਜ਼ਿਟ ਪੋਲ ਦਾ ਅਸੀਂ ਐਨਾਲਿਸਿਸ ਕਰਾਂਗੇ। ਐਕਸਪਰਟ ਵੀ ਸਾਡੇ ਨਾਲ जुड़ रहे ने और उसते असी गलबात नूं अगे वधावांगे। पर लगातार महापोल अज जदों तक सारे एग्जिट पोल नहीं आ जाते न्यूज़ 18 पंजाब ते ये लगातार जारी रहेगा। बिल्कुल नतीजों का इंतजार है, 10 तरीक को नतीजों का इंतजार है, पर उस तो पहला इंतजार एग्जिट पोल का भी होंदा है। बहुत सारे लोग इस समय यही सोच रहे हैं कि एग्जिट पोल किसकी सरकार बना रहा है। नतीजे तो 10 मार्च को आने ने, पर एग्जिट पोल के नतीजों के उत्ते भी सबकी नजर है। शुरुआत बड़ी खबर के नाल कर रहे हैं, देखते रहो तुसीं अखाड़ा महापोल, क्योंकि असीं तुहानूं हर एक एजेंसी का एग्जिट पोल दसांगे कि आखिर की कुछ कह रही ने वख-वख एजेंसियां। इस दे नाल ही क्योंकि अज पार्टियां के दावियां के उत्ते एग्जिट पोल मोहर लगाउंदा है कि नहीं लगाउंदा, यह भी साफ होएगा। और एग्जिट पोल दे विच जे सरकार बनती है किसी पार्टी की तो उन्हां दा रिएक्शन, जे किसी दी सरकार नहीं बनती तो उन्हां दा की रिएक्शन, उन्हां दी भी गल होएगी। खैर अज एग्जिट पोल किस दी धड़कनां वधाउणगे, किसी ने सकून थोड़ा जिहा पहुंचाउणगे, पर गल एक बहुत क्लीयर है कि जिहड़ा एग्जिट पोल च जित रहा होएगा नींद उहनूं भी नहीं आनी, ते जिहड़ा एग्जिट पोल दे विच हार रहा होएगा नींद उहनूं भी नहीं आनी। पर उस दे विच दावे जिहड़े ने वो हर कोई अपने कायम रहिंदा है। जो तक रिजल्ट नहीं आउंदे दावियां ते सारियां पार्टियां कायम रहिंदियां ने। कोई भी ये नहीं मनदा कि असी हार रहे हैं, तो कोई भी जिहड़ा है ऐ नहीं कहता कि साडी पार्टी पिछे रह रही है। हर एक दे दावे जिहड़े ने वो अपने तरीके नाल, दावे ते तर्क जिहड़े हुंदे ने अपने तरीके नाल चलदे ने। सो सियासी माहिर किस तरीके नाल इस नूं देखदे ने, सियासी माहिरां दी नज़र दे विच कि हुण तक दे जिहड़े एग्जिट पोल ने किन्ने सटीक बैठदे रहे ने, उस बारे गलबात करांगे। एक एग्जिट पोल असीं दिखा रहे हां CNN IBN दा, ये 2012 का एग्जिट पोल है। 2012 और 2017 ਦੇ ਤੁਹਾਨੂੰ ਦਿਖਾਵਾਂਗੇ, 2019 ਦੇ ਤੁਹਾਨੂੰ ਬ੍ਰੇਕ ਤੋਂ ਪਹਿਲਾਂ ਦਿਖਾਏ ਸੀ ਉਹ ਲੋਕ ਸਭਾ ਵਾਲੇ। ਹੁਣ ਅਸੀਂ ਪੰਜਾਬ ਦੇ ਉੱਤੇ ਆਉਂਦੇ ਹਾਂ। 2012 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਐਗਜ਼ਿਟ ਪੋਲ ਉਸ ਸਮੇਂ ਵੀ ਆਏ। ਉਹ ਐਗਜ਼ਿਟ ਪੋਲ ਕਿੰਨੇ ਕੁ ਸਟੀਕ ਬੈਠੇ ਜਾਂ ਨਹੀਂ ਬੈਠੇ, ਹੁਣ ਗੱਲ ਉਸ ਦੀ ਕਰਾਂਗੇ। 2012 ਦੇ ਵਿੱਚ CNN IBN ਨੈਟਵਰਕ ਦਾ ਜੋ ਐਗਜ਼ਿਟ ਪੋਲ ਸੀ ਉਸ ਦੇ ਮੁਤਾਬਕ ਇੰਡੀਅਨ ਨੈਸ਼ਨਲ ਕਾਂਗਰਸ ਯਾਨੀ INC ਨੂੰ 48 ਤੋਂ 60 ਸੀਟਾਂ ਦਿੱਤੀਆਂ ਗਈਆਂ ਸੀ, ਤੇ ਦੂਜੇ ਨੰਬਰ ਦੇ ਉੱਤੇ ਸੀ ਅਕਾਲੀ ਦਲ BJP 51 ਤੋਂ 63 ਸੀਟਾਂ ਦਿੱਤੀਆਂ ਗਈਆਂ ਸੀ, ਜਦਕਿ ਤੀਜੇ ਨੰਬਰ ਦੇ ਉੱਤੇ 3 ਤੋਂ 9 ਸੀਟਾਂ ਅਦਰਸ ਦੇ ਖਾਤੇ ਵਿੱਚ ਆਈਆਂ ਸੀ। ਤਾਂ ਇੱਥੇ ਜੋ ਆਪਾਂ ਰੈਂਕਿੰਗ ਵਾਲੀ ਗੱਲ ਕਰ ਰਹੇ ਸੀ, ਰੈਂਕਿੰਗ ਪਲਟ ਗਈ ਸੀ, ਕਿਉਂਕਿ ਇੱਥੇ ਤਾਂ ਕਲੀਅਰ ਮੈਜੋਰਟੀ ਕਾਂਗਰਸ ਦੇ ਕੋਲ ਆ ਰਹੀ ਸੀ 2012 ਦੇ ਵਿੱਚ। ਇਹਦੇ ਇੱਕ ਫੈਕਟਰ ਇਹ ਵੀ ਹੈ ਕਿ 5-5 ਸਾਲ ਕੰਮ ਚੱਲ ਰਿਹਾ ਸੀ, 5 ਸਾਲ ਅਕਾਲੀ 5 ਸਾਲ ਕਾਂਗਰਸ, ਰਿਪੀਟ ਨਹੀਂ ਹੋ ਰਿਹਾ ਸੀ। ਉਹ 2012 ਦੇ ਵਿੱਚ ਹੋਇਆ ਤਾਂ ਥੋੜਾ ਜਿਹਾ ਵੱਖਰਾ ਜ਼ਰੂਰ ਰਿਹਾ ਨਾ, ਕਿ ਬਹੁਤ ਜ਼ਿਆਦਾ ਫਰਕ ਨਹੀਂ ਸੀ ਸੀਟਾਂ ਦਾ। ਤੁਸੀਂ ਦੇਖੋ ਕਿ ਜੇ ਇੱਕ ਪਾਸੇ ਅਕਾਲੀ ਦਲ BJP ਨੂੰ 51 ਤੋਂ 60 ਸੀਟਾਂ ਦਿੱਤੀਆਂ ਇਸ ਐਗਜ਼ਿਟ ਪੋਲ ਨੇ, 68 ਆ ਗਈਆਂ। ਹਾਂ, ਉਹਨਾਂ ਨੂੰ 68 ਆ ਗਈਆਂ। ਦੂਜੇ ਪਾਸੇ ਉਹਨਾਂ ਨੇ ਜੇ ਕਾਂਗਰਸ ਨੂੰ 48 ਤੋਂ 60 ਸੀਟਾਂ ਦਿੱਤੀਆਂ ਤਾਂ ਉਹਨਾਂ ਨੂੰ 46 ਆ ਗਈਆਂ। ਯਾਨੀ ਐਗਜ਼ਿਟ ਪੋਲ ਇਹ ਕਹਿ ਰਿਹਾ ਸੀ ਕਿ ਸਰਕਾਰ ਕਿਸੇ ਦੀ ਵੀ ਬਣ ਸਕਦੀ ਹੈ। ਤੁਸੀਂ ਨੇੜੇ ਤਾਂ ਕਹਿ ਸਕਦੇ ਹੋ। 2 ਪਾਰਟੀ ਸਿਸਟਮ ਸੀ। ਤੀਸਰੀ ਨਵੀਂ ਪਾਰਟੀ PPP ਨੇ ਐਂਟਰੀ ਮਾਰੀ ਸੀ, ਪਰ PPP ਉਸ ਲੈਵਲ ਤੇ ਮਜ਼ਬੂਤ ਨਹੀਂ ਸੀ ਕਿ ਉਹਨਾਂ ਨੂੰ ਐਗਜ਼ਿਟ ਪੋਲ ਦੇ ਵਿੱਚ ਸੀਟਾਂ ਦਿੱਤੀਆਂ ਜਾ ਸਕਣ। ਸੋ ਕਿਸੇ ਨੇ 1 ਤੋਂ 3 ਰੱਖਿਆ ਜਾਂ ਕਿਸੇ ਨੇ 0 ਰੱਖਿਆ, ਤਾਂ ਕਿਸੇ ਨੇ ਅਦਰਸ ਦੇ ਕੋਟੇ ਦੇ ਵਿੱਚ ਉਹਨੂੰ ਪਾਤਾ। ਉਹ ਬੈਂਸ ਭਰਾਵਾਂ ਦੀਆਂ 2 ਸੀਟਾਂ ਜ਼ਰੂਰ ਨਿਕਲੀਆਂ, 2 ਸੀਟਾਂ ਉਹਦੇ ਵਿੱਚ ਜ਼ਰੂਰ ਅਦਰਸ ਦੇ ਵਿੱਚ ਜ਼ਰੂਰ ਕਾਊਂਟ ਹੋ ਗਈਆਂ। ਤਾਂ ਇਹ CNN IBN ਦਾ ਤੁਹਾਨੂੰ ਦੱਸਿਆ। ਇਸ ਤੋਂ ਬਾਅਦ ਅੱਗੇ ਵਧਦੇ ਹਾਂ। ਹੁਣ ਕਿਹੜਾ ਸਾਡੇ ਕੋਲ 2012 ਦਾ ਐਗਜ਼ਿਟ ਪੋਲ ਹੈ ਤੁਹਾਡੇ ਸਾਹਮਣੇ ਇੱਕ ਕਰਕੇ ਆਉਂਦਾ ਰਹੇਗਾ। ਇਸ ਤੋਂ ਬਾਅਦ ਅਸੀਂ ਇੰਡੀਆ TV ਸੀ ਵੋਟਰ ਦੇ ਸਰਵੇ ਦਾ ਜ਼ਿਕਰ ਕਰਦੇ ਹਾਂ, ਐਗਜ਼ਿਟ ਪੋਲ ਦਾ ਜ਼ਿਕਰ ਕਰਦੇ ਹਾਂ ਕਿ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਸੀ। ਇੱਥੇ ਵੀ ਇੰਟਰਸਟਿੰਗ ਇਹ ਹੈ ਕਿ ਇੰਡੀਆ TV ਸੀ ਵੋਟਰ ਦੇ ਵੱਲੋਂ ਸਭ ਤੋਂ ਵੱਡੀ ਪਾਰਟੀ ਕਾਂਗਰਸ ਨੂੰ ਦੱਸਿਆ ਗਿਆ ਸੀ ਕਿ 55 ਸੀਟਾਂ ਕਾਂਗਰਸ ਕੋਲ ਆਉਣਗੀਆਂ, ਅਕਾਲੀ ਦਲ ਭਾਜਪਾ ਕੋਲ 47 ਸੀਟਾਂ ਆਉਣਗੀਆਂ, ਅਦਰਸ ਦੇ ਖਾਤੇ ਦੇ ਵਿੱਚ 5 ਆਉਣਗੀਆਂ। ਰੈਂਕਿੰਗ ਇੱਥੇ ਬਿਲਕੁਲ ਸਹੀ ਰਹੀ, ਇਨਫੈਕਟ ਨਹੀਂ ਰਹੀ, ਕਿਉਂਕਿ ਕਾਂਗਰਸ ਜ਼ਿਆਦਾ ਵੱਡੀ ਸੀ। ਕਾਂਗਰਸ ਨੂੰ ਦੂਜੀ ਪਾਰਟੀ ਬਣਨਾ ਪਿਆ, ਨਤੀਜਿਆਂ ਦੇ ਵਿੱਚ ਸਰਕਾਰ ਨਹੀਂ ਬਣਾ ਪਾਈ ਸੀ। 55 ਦੱਸਿਆ ਜਾ ਰਿਹਾ ਸੀ, 46 ਰਹਿ ਗਈਆਂ ਸੀ ਸੀਟਾਂ। ਔਰ ਕਾਊਂਟਿੰਗ ਦੇ ਵਿੱਚ ਉਸ ਵੇਲੇ ਗੌਰਵ ਇਹੀ ਫਰਕ ਆਇਆ ਵੀ ਜਿਹੜੀ PPP ਉਸ ਵੇਲੇ ਪਾਰਟੀ ਸੱਤਾ ਦੇ ਵਿੱਚ ਲੜਾਈ ਲੜ ਰਹੀ ਸੀ, ਉਸ ਵੇਲੇ ਆਪਣੇ ਵਜੂਦ ਦੀ ਲੜਾਈ ਲੜ ਰਹੀ ਸੀ, ਉਹ 5% ਵੋਟ ਲੈ ਗਈ ਔਰ ਉਹ ਐਂਟੀ ਇਨਕਮੈਂਸੀ ਵਾਲੀ ਵੋਟ ਸੀ। ਇਸ ਕਰਕੇ ਸਿਚੁਏਸ਼ਨ ਫਲਿਪ ਹੋ ਗਈ। ਬਿਲਕੁਲ। ਹੁਣ ਅੱਗੇ ਵਧਦੇ ਹਾਂ ਤੇ ਅਗਲੇ ਐਗਜ਼ਿਟ ਪੋਲ ਦਾ ਅਸੀਂ ਜ਼ਿਕਰ ਕਰਦੇ ਹਾਂ। 2012 ਦਾ ਮੈਂ ਜ਼ਿਕਰ ਕਰ ਰਿਹਾ। 12 ਚ ਅਕਾਲੀ ਭਾਜਪਾ ਨੇ ਸਰਕਾਰ ਬਣਾਈ ਸੀ, ਰਿਪੀਟ ਕੀਤਾ ਸੀ। 2007 ਤੋਂ 12 ਤੱਕ ਅਕਾਲੀ ਭਾਜਪਾ ਦੀ ਸਰਕਾਰ ਸੀ ਔਰ 2012 ਚ ਰਿਪੀਟ ਕੀਤਾ। ਤਾਂ ਨਿਊਜ਼ 24 ਟੂਡੇਜ਼ ਚਨਕਿਆ ਦੇ ਸਰਵੇ ਦੇ ਮੁਤਾਬਿਕ ਇਹ 2012 ਚ ਤਾਂ ਲੱਗ ਰਿਹਾ ਕਿ ਵਿਜੇ ਸਾਰੀ ਐਗਜ਼ਿਟ ਪੋਲ ਪੰਜਾਬ ਦੀ ਜਨਤਾ ਨੇ फेल कर देते क्योंकि 60 सीटां दित्तियां जा रही सी कांग्रेस नूं और BJP और उन्होंने 52 सीटां वो सरकार बनाउंदे ने 68 सीटां बना के अदर्स दे खाते दे विच 5 सीटां सीगियां अदर्स दे खाते दे विच 3 सीटां चलियां गईयां तां ये लग रहा है कि सारी एग्जिट पोल पलटी वज गई 2012 ਦੇ ਇਲੈਕਸ਼ਨ ਦੇ ਵਿੱਚ
ਤੇ ਇਹ ਬਹੁਤ ਇੰਟਰਸਟਿੰਗ ਲੱਗ ਰਿਹਾ ਹੈ। ਬਿਲਕੁਲ ਬਿਲਕੁਲ। ਇਹ 2012 ਦੇ ਜਿਹੜੇ ਐਗਜ਼ਿਟ ਪੋਲ ਸੀ ਗੌਰਵ, ਉਹਨਾਂ 'ਚ ਇਸ ਲਈ ਜ਼ਿਆਦਾ ਔਖਾ ਨਹੀਂ ਸੀ ਕਿ ਜ਼ਿਆਦਾ ਪਾਰਟੀਆਂ ਨਹੀਂ ਸੀ, ਪਰ ਹੁਣ ਇਸ ਵੇਲੇ ਜੇ ਆਪਾਂ ਦੇਖੀਏ ਸਿਚੁਏਸ਼ਨ, ਤੇ ਹੁਣ 12 ਤੋਂ ਬਾਅਦ 17 'ਚ ਬਦਲੀ, ਤੇ 17 ਤੋਂ ਬਾਅਦ ਹੁਣ 22 'ਚ ਆ ਕੇ ਤਾਂ ਬਿਲਕੁਲ ਹੀ ਮਤਲਬ ਕੋਈ ਵੀ, ਜੇ ਅਮਿਤ ਸ਼ਾਹ ਇਹ ਕਹਿੰਦੇ ਨੇ ਕਿ ਕੋਈ ਜੋਤਸ਼ੀ ਦੱਸ ਸਕਦਾ ਹੈ, ਜਾਂ ਜਿਹੜੇ ਵੱਡੇ ਲੀਡਰ ਐਡੇ ਜਿਨ੍ਹਾਂ ਨੂੰ ਆਪਾਂ ਕਾਗ ਸਿਆਸਤਦਾਨ ਕਹਿ ਦਿੰਦੇ ਆ, ਜੇ ਉਹਨਾਂ ਨੂੰ ਸਮਝ ਨਹੀਂ ਆ ਰਹੀ ਤਾਂ ਫਿਰ ਐਗਜ਼ਿਟ ਪੋਲ ਜਾਂ ਓਪੀਨੀਅਨ ਪੋਲ ਕੀ ਕਰਨਗੇ, ਇਹ ਵੀ ਬੜਾ ਮੁਸ਼ਕਿਲ ਹੈ ਸਮਝਣਾ, ਕਿਉਂਕਿ ਜਨਤਾ ਦੇ ਦਿਲ ਦੇ ਵਿੱਚ ਕੀ ਹੈ ਇਹ ਲੋਕਾਂ ਨੂੰ ਹੀ ਪਤਾ, ਲੋਕ ਕੀ ਕੁਝ ਇਸ ਸਮੇਂ ਸੋਚ ਰਹੇ ਨੇ ਜਾਂ ਕਰ ਰਹੇ ਨੇ ਉਸ ਦੇ ਉੱਤੇ ਨਜ਼ਰ ਆਏਗੀ। ਮਹਿਮਾਨ ਸਾਡੇ ਨਾਲ ਜੁੜ ਰਹੇ ਨੇ, ਪ੍ਰੋਫੈਸਰ ਰੌਣਕੀ ਰਾਮ ਜੀ ਸਾਡੇ ਨਾਲ ਜੁੜ ਰਹੇ ਨੇ, ਸਿਆਸੀ ਮਾਰ ਨੇ, ਸਰ ਬਹੁਤ ਬਹੁਤ ਸਵਾਗਤ ਹੈ। ਰਾਕੇਸ਼ ਝਾਂਜੀ ਜੀ ਸਾਡੇ ਨਾਲ ਜੁੜ ਰਹੇ ਨੇ, ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਵੀ। ਅੱਜ ਅਹਿਮ ਦਿਨ ਹੈ 10 ਤਰੀਕ ਤੋਂ ਪਹਿਲਾਂ, ਔਰ ਬਹੁਤ ਸਾਰੇ ਲੋਕਾਂ ਦੀਆਂ ਨਜ਼ਰਾਂ ਐਗਜ਼ਿਟ ਪੋਲ ਦੇ ਉੱਤੇ ਹੁੰਦੀਆਂ ਨੇ। ਰਾਕੇਸ਼ ਜੀ, ਪਹਿਲਾ ਸਵਾਲ ਤੁਹਾਨੂੰ, ਐਗਜ਼ਿਟ ਪੋਲ ਭਰੋਸੇ ਲਾਇਕ ਹੁੰਦੇ ਨੇ ਜਾਂ ਕਿਵੇਂ ਇਹਨਾਂ ਨੂੰ ਦੇਖਿਆ ਜਾਵੇ? ਲੋਕ ਸਭ ਤੋਂ ਪਹਿਲਾਂ ਇਹੀ ਜਾਣਨਾ ਚਾਹੁੰਦੇ ਨੇ ਕਿ ਅੱਜ ਦੇ ਐਗਜ਼ਿਟ ਪੋਲ ਕੀ ਵਾਕਈ ਪੰਜਾਬ ਦੇ ਪੋਲੀਟੀਕਲ ਸਿਨਾਰੀਓ ਨੂੰ ਦੇਖਦੇ ਹੋਏ ਅੱਜ ਦੀ ਡੇਟ ਦੇ ਵਿੱਚ ਕੋਈ ਐਗਜ਼ਿਟ ਪੋਲ ਇਹ ਦੱਸਣ ਦੇ ਵਿੱਚ ਸਮਰੱਥ ਹੋ ਸਕਦਾ ਹੈ ਕਿ ਸਰਕਾਰ ਬਣੇਗੀ ਕਿਸ ਦੀ? ਦੇਖੋ ਜੀ ਰਾਕੇਸ਼ ਜੀ, ਐਗਜ਼ਿਟ ਪੋਲ ਵਾਲਾ ਪੁਰਾਣਾ ਤਜਰਬਾ ਜਿਹੜਾ ਸਾਡਾ ਐਗਜ਼ਿਟ ਪੋਲ ਦੇ ਨਾਲ ਹੈਗਾ, ਉਹ ਕੋਈ ਐਡਾ ਪੰਜਾਬ ਦੇ ਮਾਮਲੇ 'ਚ ਅਗਰ ਦੇਖੋ ਤਾਂ ਕੋਈ ਐਡਾ ਸਟੀਕ ਸਾਬਤ ਨਹੀਂ ਹੋਇਆ, ਔਰ ਐਤਕੀ ਵੀ ਕੋਈ ਇੰਨਾ ਸਟੀਕ ਸਾਬਤ ਮੈਂ ਸਮਝਦਾ ਇਸ ਕਰਕੇ ਨਹੀਂ ਹੋਣ ਦੀ ਉਮੀਦ, ਕਿਉਂਕਿ ਐਤਕੀ ਤਕੋਣਾ 5 ਪਾਰਟੀਆਂ ਮੈਦਾਨ 'ਚ ਨੇ, ਔਰ ਕਿਸ ਵੇਲੇ ਕੀ ਹੁੰਦਾ ਹੈ, ਸਪੋਜ਼ ਕਰੋ ਇੱਕ ਪਾਰਟੀ ਨੂੰ ਵੋਟ ਪ੍ਰਤੀਸ਼ਤ 30-32% ਪੈਂਦਾ, ਦੂਜੇ ਨੂੰ ਪੈਂਦਾ 30%, ਤੇ ਜ਼ਰੂਰੀ ਨਹੀਂ ਹੈ ਕਿ 32% ਵਾਲਾ ਸੀਟਾਂ ਜ਼ਿਆਦਾ ਲੈ ਜਾਊਗਾ, ਤੇ ਇਸ ਕਰਕੇ ਕੋਈ ਵੀ ਐਗਜ਼ਿਟ ਪੋਲ ਨੂੰ ਕੈਲਕੂਲੇਟ ਕਰਨਾ ਬੜਾ ਔਖਾ ਇਸ ਸਟੇਜ ਦੇ ਵਿੱਚ। ਰੌਣਕੀ ਰਾਮ ਜੀ, ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ? ਕਿਉਂਕਿ ਅਮਿਤ ਸ਼ਾਹ ਹੋਰਾਂ ਦੇ ਬਿਆਨ ਦਾ ਮੈਂ ਜ਼ਿਕਰ ਕਰ ਰਿਹਾ ਸੀ, ਉਹਨਾਂ ਨੇ ਕਿਹਾ ਕਿ ਕੋਈ ਜੋਤਸ਼ੀ ਦੱਸ ਸਕਦਾ ਹੈ ਪੰਜਾਬ ਦੀ ਸਿਚੁਏਸ਼ਨ, ਸੋ ਤੁਸੀਂ ਵੀ ਕਾਫੀ ਦੇਰ ਤੋਂ ਇਸ ਦੇ ਨਾਲ ਵਾਸਤਾ ਰਹੇ ਹੋ, ਸੋ ਪਿਛਲੀਆਂ ਵਾਰਾਂ ਨਾਲੋਂ ਇਸ ਵਾਰੀ ਕੁਝ ਅਲੱਗ ਨਜ਼ਰ ਆ ਰਿਹਾ ਹੈ? ਜੇ ਆ ਰਿਹਾ ਤਾਂ ਕੀ ਲੱਗਦਾ ਹੈ? ਡਿਬੇਟ ਤੋਂ ਪਹਿਲਾਂ ਆਪਸ ਵਿੱਚ ਹੀ ਗੱਲਬਾਤ ਕੀਤੀ ਹੈ, ਪਰ ਤੁਸੀਂ 2012 ਤੋਂ 17 ਦੀ ਜਿਹੜੀ ਸਗੀ ਸਾਡੇ ਪਾਸ ਐਗਜ਼ਿਟ ਪੋਲ ਦਾ ਡਾਟਾ, ਉਹਨੇ ਬਿਲਕੁਲ ਹੀ ਪਲਟੀ ਮਾਰ ਦਿੱਤੀ। ਉਦੋਂ 2 ਪਾਰਟੀਆਂ ਸੀਗੀਆਂ ਤਾਂ ਬਹੁਤਾ ਮੁਸ਼ਕਲ ਨਹੀਂ ਸੀ ਅੰਦਾਜ਼ਾ ਲਗਾਉਣ ਦੀ, ਤੇ ਤੁਸੀਂ ਵਿਜੇ ਕਿਹਾ ਸੀਗਾ ਕਿ ਤਕਰੀਬਨ ਐਤਕੀ ਦੇ ਪਾਰਟੀਆਂ ਮਲਟੀ ਕੋਆਰਡੀਨੇਟ ਕੰਟੈਸਟ ਹੈ। ਇਸ ਮਲਟੀ ਕੋਆਰਡੀਨੇਟ ਕੰਟੈਸਟ ਵਿੱਚ ਸਮਝਣਾ ਚੀਜ਼ਾਂ ਨੂੰ ਮੁਸ਼ਕਲ ਹੋਏਗਾ, ਪਰ ਇੱਕ ਗੱਲ ਜ਼ਰੂਰ ਹੈ, ਤੁਹਾਡੇ ਸਾਹਮਣੇ ਕਿਹਾ 30 ਤੇ 32%, ਕਿ ਜੇ ਕੋਈ 30% ਲੈਂਦਾ ਦੂਜਾ 32 ਲੈਂਦਾ, ਤੇ ਜ਼ਰੂਰੀ ਨਹੀਂ ਹੈਗਾ ਕਿ 32 ਵਾਲਾ ਡਾਊਨ ਜਾਏਗਾ ਤੇ 30 ਵਾਲਾ ਉੱਪਰ ਆਏਗਾ। ਐਤਕੀ ਕਸਟਮ ਗੋਲ ਹੋਣਾ ਹੈਗਾ, ਅਗਰ 2 ਪਾਰਟੀ ਸਿਸਟਮ ਫਿਰ ਤਾਂ ਇਹ ਫਿਗਰ ਥੋੜਾ ਜਿਹਾ ਸਾਨੂੰ ਆਸ-ਪਾਸ ਕਰਾ ਦਿੰਦੀ ਹੈਗੀ ਆ, ਅਸੀਂ ਕਹਿ ਸਕਦੇ ਹਾਂ ਕਿ ਬੜਾ ਫਸਮਾ ਕੰਪੀਟੀਸ਼ਨ ਹੈ। ਲੇਕਿਨ ਜਿਹੜਾ ਐਤਕੀ ਰਿਜ਼ਲਟ ਨੇ ਉਹ ਤੁਸੀਂ ਹੈਰਾਨ ਹੋਗੇ, ਮਤਲਬ ਕਿ ਜੇ ਤੇ ਬਾਕੀ ਵੇਵ ਹੈ, ਕਿਉਂਕਿ ਫਰਕ ਹੈ ਵੇਵ ਤੇ ਏਅਰ ਵਿੱਚ, ਕੁਝ ਪਾਰਟੀਆਂ ਏਅਰ ਵਿੱਚ ਨੇ, ਵੇਵ 'ਚ ਨਹੀਂ ਹੈਗੀਆਂ। ਅਗਰ ਬਾਕੀ ਵੇਵ ਹੈ ਤਾਂ ਫਿਰ ਤਾਂ ਅਸੀਂ ਕਹਿ ਸਕਦੇ ਹਾਂ ਕਿ ਸਾਰੇ ਆਪਣੇ ਪੋਲ ਹੈਗੇ ਆ ਕਿਆ ਸਾਈਆਂ ਨੇ ਉਹ ਗਲਤ ਹੋਣਗੇ, ਕਿਉਂਕਿ ਵੇਵ 'ਚ ਤਾਂ ਪਤਾ ਨਹੀਂ ਲੱਗਦਾ ਜਦੋਂ ਸੁਨਾਮੀ ਆਉਂਦੀ ਆ, ਉਹ ਤਾਂ ਜਹਾਜ਼ ਵੀ ਤੱਕ ਕਈ ਵਾਰੀ ਕੋਠੇ ਤੱਕ ਜਾਂਦੀ ਆ, ਜਪਾਨ ਦੇਖਿਆ ਹੋਣਾ ਤੁਸੀਂ। ਤਾਂ ਇਲੈਕਟ੍ਰੋਨ ਵੇਵ ਵੀ ਐਸੀ ਹੁੰਦੀ, ਸੁਨਾਮੀ ਹੁੰਦੀ ਆ, ਪਰ ਪੰਜਾਬ 'ਚ ਆਸ ਲਈ ਕੋਈ ਇਲੈਕਟ੍ਰੋਨ ਵੇਵ ਸੀਗੀ ਨਹੀਂ, ਕੋਈ ਵੀ ਵੇਵ ਨਹੀਂ ਸੀ, ਕਿਉਂਕਿ 510% ਵੋਟਾਂ ਘੱਟ ਪਈਆਂ ਇਨ ਕੰਪੈਰੀਜ਼ਨ ਟੂ ਅਰਲੀਅਰ ਇਲੈਕਸ਼ਨ। ਠੀਕ ਹੈ, ਪ੍ਰੋਫੈਸਰ ਸਾਹਿਬ ਮੈਂ ਤੁਹਾਡੇ ਕੋਲ ਵਾਪਸ ਆਉਣਾ, ਬਹੁਤ ਆਡੀਬਲ ਨਹੀਂ ਹੈ ਤੁਹਾਡੀ ਆਵਾਜ਼, ਸ਼ਾਇਦ ਦਰਸ਼ਕਾਂ ਤੱਕ ਬਹੁਤ ਤਰੀਕੇ ਨਾਲ ਨਾ ਪਹੁੰਚ ਰਹੀ ਹੋਵੇ। ਮੈਂ ਆਪਣੀ ਟੀਮ ਨੂੰ ਕਹਾਂਗਾ ਕਿ ਇੱਕ ਵਾਰੀ ਜ਼ਰੂਰ ਚੈੱਕ ਕਰ ਲੈਣ ਤਾਂ ਕਿ ਕਲੀਅਰ ਆਵਾਜ਼ ਸਾਡੇ ਦਰਸ਼ਕਾਂ ਤੱਕ ਜ਼ਰੂਰ ਪਹੁੰਚ ਸਕੇ। ਪਰ ਰਾਕੇਸ਼ ਜੀ, ਉਮੀਦ ਹੈ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਵੇਗੀ। ਦੇਖੋ, ਲੋਕ ਇਹ ਵੀ ਜਾਣਨਾ ਚਾਹੁੰਦੇ ਨੇ ਕਿ ਆਖਿਰ ਐਗਜ਼ਿਟ ਪੋਲ ਦਾ ਆਪਾਂ ਜ਼ਿਕਰ ਤਾਂ ਕਰ ਰਹੇ ਹਾਂ, ਪਰ ਬਹੁਤ ਸਾਰੇ ਐਗਜ਼ਿਟ ਪੋਲ ਅਜਿਹੇ ਹੋਏ ਨੇ ਪਿਛਲੇ ਕੁਝ ਸਮੇਂ ਦੇ ਵਿੱਚ ਜਿਹੜੇ ਬਿਲਕੁਲ ਐਕੂਰੇਟ ਰਹੇ ਨੇ। ਖਾਸ ਤੌਰ ਤੇ ਅਸੀਂ ਬ੍ਰੇਕ ਤੋਂ ਪਹਿਲਾਂ ਦਿਖਾ ਰਹੇ ਸੀ 2019 ਦੀਆਂ ਲੋਕ ਸਭਾ ਚੋਣਾਂ ਦਾ, ਬਹੁਤ ਬਿਲਕੁਲ ਐਕੂਰੇਟ ਰਹੇ ਨੇ, ਬਹੁਤ ਨੇੜੇ ਪਹੁੰਚੇ ਨੇ। ਉਹਨਾਂ ਨੂੰ ਕਿਵੇਂ ਕੰਸੀਡਰ ਕੀਤਾ ਜਾਵੇ ਕਿ ਅਜਿਹੇ ਐਗਜ਼ਿਟ ਪੋਲ ਇਸ ਵਾਰ ਵੀ ਪੋਸੀਬਲ ਹੋ ਸਕਣਗੇ ਜਦੋਂ ਬਹੁਤ ਕੋਣੀ ਮੁਕਾਬਲਾ ਨਜ਼ਰ ਆਉਂਦਾ? ਦੇਖੋ, ਗੱਲ ਇਹ ਹੈ ਕਿ ਜਦੋਂ ਸਟੇਟ ਅਸੈਂਬਲੀ ਦੇ ਪੋਲ ਹੁੰਦੇ ਨੇ ਤੇ ਜਿਸ ਵੇਲੇ ਪਾਰਲੀਮੈਂਟ ਦੇ ਪੋਲ ਹੁੰਦੇ ਨੇ, ਉਹਨਾਂ ਵਿੱਚ ਇੱਕ ਬੜਾ ਵੱਡਾ ਫਰਕ ਹੁੰਦਾ ਹੈ ਜੀ। ਇਹ ਜਿਹੜੀ ਸਟੇਟ ਲੈਵਲ ਦੇ ਸਬਜੈਕਟ ਤੇ ਜਿਹੜੇ ਪਾਰਲੀਮੈਂਟ ਦੇ ਸਬਜੈਕਟ ਅਲੱਗ ਨੇ। 2019 ਦਾ ਇਲੈਕਸ਼ਨ ਜਿਹੜਾ ਉਹ ਮੋਦੀ ਸਾਹਿਬ ਦੇ ਨਾਂ ਤੇ ਲੜਿਆ ਗਿਆ ਸੀ, ਔਰ ਬੜਾ ਕਲੀਅਰ ਕੱਟ ਆਲਟਰਨੇਟਿਵ ਸੀ ਕਿ ਮੋਦੀ ਕੇ ਰਾਹੁਲ ਗਾਂਧੀ ਜਾਂ ਮੋਦੀ ਜਾਂ ਕੋਈ ਹੋਰ।
ਤੇ ਇਸ ਕਰਕੇ ਉਹਦਾ ਬਹੁਤਾ ਜ਼ਿਆਦਾ ਉਹਦੇ 'ਚ ਨਤੀਜੇ ਜਿਹੜੇ ਵੀ ਐਗਜ਼ਿਟ ਪੋਲ ਦੇ ਸੀ ਗਲਤ ਹੋਣ ਦਾ ਅੰਦੇਸ਼ਾ ਬੜਾ ਘੱਟ ਸੀ। ਇਸ ਕਰਕੇ ਤੁਹਾਨੂੰ ਲੱਗਦਾ ਕਿ 2019 ਦੇ ਵਿੱਚ ਕਾਫੀ ਲਾਗੇ ਪਹੁੰਚ ਗਏ ਸੀ ਐਗਜ਼ਿਟ ਪੋਲ। ਤੇ ਇਹ ਪਾਰਲੀਮੈਂਟ ਦੇ ਇਲੈਕਸ਼ਨ ਦੇ ਵਿੱਚ ਹਮੇਸ਼ਾ ਲਾਗੇ ਪਹੁੰਚਣ ਦੀ ਉਮੀਦ ਹੁੰਦੀ ਹੈ, ਸਟੇਟ ਅਸੈਂਬਲੀ ਦੇ ਵਿੱਚ ਜ਼ਰਾ ਔਖਾ ਹੁੰਦਾ। ਤੇ ਜੋ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਔਖਾ ਹੁੰਦਾ, ਪਰ ਖਾਸ ਇਹ ਵੀ ਅਸੀਂ ਪਹਿਲਾਂ ਚਰਚਾ ਵੀ ਕਰ ਰਹੇ ਸੀ ਮੈਂ ਔਰ ਵਿਜੇ ਕਿ 2019 ਦੇ ਵਿੱਚ ਇੱਕ ਵੇਵ ਨਜ਼ਰ ਆਉਂਦੀ ਸੀ ਜਾਂ ਜ਼ਿਕਰ ਹੋ ਰਿਹਾ ਸੀ ਕਿ ਦੇਸ਼ ਦੇ ਵਿੱਚ ਬੀਜੇਪੀ ਜਾਂ ਮੋਦੀ ਦੀ ਲਹਿਰ ਹੈ ਇੱਕ ਵਾਰ ਫਿਰ ਤੋਂ 2019 ਚ, ਪਰ ਪੰਜਾਬ 'ਚ ਤਾਂ ਬਿਲਕੁਲ ਉਲਟਾ ਸੀ। ਔਰ ਇਹ ਵੀ ਇੰਟਰਸਟਿੰਗ ਹੈ ਕਿ ਪੰਜਾਬ ਦੇ ਐਗਜ਼ਿਟ ਪੋਲ ਵੀ ਉਸੇ ਤਰੀਕੇ ਨਾਲ ਸੀ। ਇਹ ਨਹੀਂ ਸੀ ਕਿ 2019 ਚ ਜੇ ਦੇਸ਼ 'ਚ ਬਾਕੀ ਥਾਵਾਂ ਤੇ ਕੋਈ ਵੇਵ ਨਜ਼ਰ ਆ ਰਹੀ ਹੈ ਤਾਂ 2019 ਚ ਪੰਜਾਬ 'ਚ ਵੀ ਉਸ ਵੇਵ ਨੂੰ ਦਿਖਾ ਦਿੱਤਾ ਗਿਆ ਹੋਵੇ। ਪੰਜਾਬ 'ਚ ਬੜਾ ਕਲੀਅਰ ਸੀ ਕਿ ਯੂਪੀਏ ਸਭ ਤੋਂ ਵੱਡੀ ਹੋਏਗੀ, 8-10 ਸੀਟਾਂ ਲੈ ਕੇ ਜਾਏਗੀ ਔਰ ਉਹੀ ਹੋਇਆ ਵੀ। ਨਹੀਂ, ਇੱਕ ਗੱਲ ਮੈਂ ਤੁਹਾਨੂੰ ਦੱਸ ਦਿਆਂ ਕਿ ਜਿਹੜੀ ਰੌਣਕੀ ਨਾਲ ਗੱਲ ਕਰ ਰਹੇ ਕਿ ਪੰਜਾਬ ਦੇ ਵਿੱਚ ਕੋਈ ਵੇਵ ਨਜ਼ਰ ਨਹੀਂ ਆਈ। ਮੈਂ ਇਹ ਸਮਝਣਾ ਕਿ ਸਪੈਸ਼ਲੀ ਪੰਜਾਬ ਦੇ ਮਾਲਵਾ ਦੇ ਵਿੱਚ ਇਹ ਜਿਹੜੀ ਬਦਲਾਅ ਵਾਲੀ ਗੱਲ ਹੈ, ਇਹ ਅਖੀਰੀ ਦਿਨਾਂ 'ਚ ਆ ਕੇ ਜਦੋਂ ਅਖੀਰੀ ਪੜਾਅ ਆਏ ਨਾ ਇਲੈਕਸ਼ਨ ਦੇ, ਉਹ ਤੋਂ ਇੱਕ ਅੰਡਰ ਕਰੰਟ ਜ਼ਰੂਰ ਚੱਲਿਆ ਮਾਲਵਾ ਦੇ ਵਿੱਚ ਬਦਲਾਅ ਦਾ। ਤੇ ਮੈਂ ਸਮਝਣਾ ਕਿ ਇਹ ਜਿਹੜੇ ਵੀ ਮਾਲਵਾ ਦੇ ਵਿੱਚ ਦੇਖੋ ਜਿਹਨੇ ਵੀ ਮੈਜੋਰਟੀ ਲੈਣੀ ਉਹਨੂੰ ਮਾਲਵੇ 'ਚ 30-35 ਸੀਟਾਂ ਤੋਂ ਜ਼ਿਆਦਾ ਲੈਣੀਆਂ ਪੈਣਗੀਆਂ। ਤੇ ਥੋੜਾ ਜਿਹਾ ਬਦਲਾਵ ਦੀ ਇੱਕ ਅੰਡਰ ਕਰੰਟ ਔਰ ਲਹਿਰ ਜ਼ਰੂਰ ਮਾਲਵਾ 'ਚ ਨਜ਼ਰ ਆਈ। ਤੇ ਇਸ ਕਰਕੇ ਮਾਲਵਾ ਦੇ ਨਤੀਜਿਆਂ ਨੂੰ ਕੱਢਣਾ ਜਾਂ ਉਹਦੇ ਬਾਰੇ ਕੋਈ ਐਗਜ਼ਿਟ ਪੋਲ ਦੀ ਪ੍ਰੈਡਿਕਸ਼ਨ ਕਰਨਾ ਜ਼ਿਆਦਾ ਆਸਾਨ ਹੈ ਦੁਆਬਾ ਔਰ ਮਾਝਾ ਦੇ ਨਾਲ। ਰੌਣਕੀ ਰਾਮ ਜੀ, ਤੁਸੀਂ ਜਿਹੜੀ ਗੱਲ ਰਾਕੇਸ਼ ਜੀ ਕਰ ਰਹੇ ਨੇ ਵੀ ਮਾਲਵਾ ਇਲਾਕਾ ਬੜਾ ਇੰਪੋਰਟੈਂਟ ਹੈ ਕਿਉਂਕਿ 59 ਸੀਟਾਂ ਨੇ, ਓਬਵੀਅਸਲੀ ਜਿਹੜਾ 35+ ਜਾਏਗਾ ਔਰ ਮਾਝੇ ਦੁਆਬੇ ਦੇ ਵਿੱਚ ਫਿਰ ਉਹਦੀ ਪਰਫਾਰਮੈਂਸ ਦੇਖੀ ਜਾਏਗੀ ਤਾਂ ਹੀ ਉਹ ਮੈਜੋਰਟੀ ਦੇ ਨੇੜੇ ਪਹੁੰਚੇਗਾ। ਫੈਕਟਰ ਵੀ ਬਹੁਤ ਸਾਰੇ ਨੇ, ਫੈਕਟਰਸ ਤੇ ਆਪਾਂ ਚਰਚਾ ਕਰਾਂਗੇ, ਪਰ ਕੀ ਤੁਹਾਨੂੰ ਵੀ ਲੱਗਦਾ ਹੈ ਕਿ ਇੱਕ ਅੰਡਰ ਕਰੰਟ ਜਾਂ ਇੱਕ ਵੇਵ ਨਜ਼ਰ ਆਈ ਅਖੀਰਲੇ ਦਿਨਾਂ ਦੇ ਵਿੱਚ? ਦੇਖੋ, ਮਾਝੇ ਦੇ ਵਿੱਚ ਧਾਰੀ ਸਾਹਿਬ ਨੇ ਵੀ ਬੜਾ ਅੱਛਾ ਕਾਂਗਰਸ ਕੀਤਾ। ਦੋ ਤਰ੍ਹਾਂ ਤੁਸੀਂ ਦੇਖੋ, ਜੋ ਮਾਲਵੇ 'ਚ ਹੋਇਆ ਆਖਰੀ 2 ਦਿਨਾਂ 'ਚ, ਦੁਆਬੇ ਤੇ ਮਾਝੇ ਦੇ ਵਿੱਚ ਉਸ ਤਰ੍ਹਾਂ ਬਿਲਕੁਲ ਨਹੀਂ ਹੋਇਆ। ਕੀ ਹੋਇਆ ਤੁਹਾਨੂੰ ਕੀ ਲੱਗਦਾ ਕੀ ਹੋਇਆ ਮਾਲਵੇ ਦੇ ਵਿੱਚ? ਜਦੋਂ ਕਿ ਵੱਖ-ਵੱਖ ਸਾਈਕੋਲੋਜਿਸਟ ਜਾਂ ਉੱਥੋਂ ਤੁਹਾਡੇ ਉਂਗਲ ਦੇ ਪ੍ਰੈਸ ਵਾਲੇ ਨੇ, ਮੀਡੀਆ ਵਾਲੇ ਨੇ ਉੱਥੋਂ ਹੋ ਕੇ ਆਏ ਆ, ਪਹਿਲਾਂ ਲੱਗਦਾ ਸੀ ਕਿ ਮਾਲਵੇ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਲੋਕਾਂ ਦੇ ਵਿੱਚ ਇਹ ਰੁਝਾਨ ਬਣ ਗਿਆ ਸੀ ਕਿ ਅਸੀਂ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਉਹਨਾਂ ਤੋਂ ਅਸੀਂ ਹਟ ਕੇ ਕੋਈ ਨਵਾਂ ਜਿਹੜਾ ਬਦਲ ਹੈ ਉਹਦੇ ਵੱਲ ਜਾਣਾ। ਇਹ ਗੱਲ ਸੀ ਆਮ, ਜਿਹੜੇ ਬੰਦੇ ਮਾਰ ਕਰਦੇ ਸੀ। ਕਿਉਂ ਮੇਰੇ ਪਾਸ ਚੰਡੀਗੜ੍ਹ ਬਹੁਤ ਸਾਰੇ ਨਿਊਜ਼ ਵਾਲੇ ਆਏ, ਉੱਥੋਂ ਇੰਟਰਵਿਊ ਕਰਨ ਵਾਸਤੇ ਡਾਟਾ ਲੈ ਕੇ ਆਪਣੇ ਮਾਲਵੇ ਤੋਂ ਇੱਥੇ ਚਰਚਾ ਕਰਦੇ ਰਹੇ। ਉਹਨਾਂ ਚ ਮਤਲਬ ਕਾਫੀ ਸਮੇਂ ਚਲੋ ਕਾਇਮ ਮਿਲਦਾ ਸੀ, ਲੇਕਿਨ ਆਖਰੀ ਦਿਨ ਦੇ ਵਿੱਚ ਫਿਰ ਉਹੀ ਉਹਨਾਂ ਦੇ ਕੋਰਸਪੋਂਡੈਂਟ ਇਹ ਦੱਸ ਰਹੇ ਸੀ ਵੀ ਦੇਖੋ ਜੀ ਮਾਲਵੇ ਦੇ ਵਿੱਚ ਥੋੜਾ ਜਿਹਾ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਗੇਨ ਕਰ ਰਿਹਾ ਹੈ। ਬੜੀ ਇੰਟਰਸਟਿੰਗ ਗੱਲ ਸੀ। ਦੂਸਰਾ, ਬੀਜੇਪੀ ਦੀ ਜਿਹੜੀ ਉੱਥੇ ਬਿਲਕੁਲ ਲੱਗਦਾ ਸੀ ਪਹਿਲਾਂ ਕੋਈ ਹੋਂਦ ਨਹੀਂ ਹੈਗੀ, ਉਹ ਵੀ ਲੋਕਾਂ ਦਾ ਜਿਹੜਾ ਮਨ ਸੀਗਾ ਉਹਦੇ 'ਚ ਬਦਲਾਅ ਆਇਆ ਹੈ। ਇਹ ਬੜਾ ਇੰਟਰਸਟਿੰਗ ਫੈਕਟਰ। ਕਿਉਂ ਆਇਆ? ਉਹਦੇ ਕਈ ਕਾਰਨ ਹੋ ਸਕਦੇ, ਉਹਦੇ ਬਾਰੇ ਆਪਾਂ ਨਹੀਂ ਜਾ ਰਹੇ। ਮਾਝੇ ਦੇ ਵਿੱਚ ਇੱਕ ਗੱਲ ਸੀਗੀ, ਦੇਖੋ ਪਿਛਲੀ ਵਾਰੀ ਮਾਝੇ ਦੇ ਵਿੱਚ ਤੇ ਦੁਆਬੇ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਕੋਈ ਟਿਕਟ ਨਹੀਂ, ਕੋਈ ਸੀਟ ਨਹੀਂ ਮਿਲੀ ਸੀ। ਲੇਕਿਨ ਅੱਜ ਇਹ ਲੱਗਦਾ ਸੀਗਾ ਕਿ ਕੁਝ ਸੀਟਾਂ ਨੇ ਜਿੱਥੇ ਕੰਟੈਸਟ ਹੈਗਾ। ਹੁਣ ਇੰਟਰਸਟਿੰਗ ਫੈਕਟਰ ਇਹ ਹੈ ਕਿ ਜਿਹੜਾ ਐਗਜ਼ਿਟ ਪੋਲ ਵਿੱਚ ਕਦੀ-ਕਦੀ ਕੈਪਚਰ ਕਰਨਾ ਮੁਸ਼ਕਿਲ ਹੁੰਦਾ ਹੈ। ਇੱਕ ਹੀ ਕੰਸਟੀਟਿਊਂਸੀ ਵਿੱਚ 3 ਤਰ੍ਹਾਂ ਦਾ ਕੰਟੈਸਟ ਹੈ, ਦੂਜੀ ਕੰਸਟੀਟਿਊਂਸੀ ਵਿੱਚ ਬੇਸ਼ੱਕ 5 ਕੋਰਨਰੀ ਫਾਈਟ ਹੈ, ਕੰਟੈਸਟ 2 ਵਿੱਚ ਹੈ, ਕਿਸੇ ਤੀਜੇ ਚ ਉਹ ਤੋਂ ਵਿੱਚ ਹੈ। ਇਹਦਾ ਮਤਲਬ ਇਹ ਹੋਇਆ ਕਿ ਐਕਟਿਵ ਵੋਟਰ ਜਿਹੜਾ ਹੈਗਾ ਉਹ ਵੀ ਬੜਾ ਸੁਚੇਤ ਹੈ, ਉਹ ਕੈਂਡੀਡੇਟ ਨੂੰ ਜ਼ਿਆਦਾ ਤਰਜੀਹ ਦੇ ਰਿਹਾ ਹੈ। ਠੀਕ ਹੈ, ਤਾਂ ਵੋਟਰ ਤੁਸੀਂ ਇੱਕ ਪੁਆਇੰਟ ਕਹਿ ਰਹੇ ਹੋ ਕਿ ਵੋਟਰ ਬਹੁਤ ਸੁਚੇਤ ਹੈ। ਕਿਉਂਕਿ ਮੈਨੂੰ ਬ੍ਰੇਕ ਲੈਣਾ, ਮੈਂ ਇਸ ਕਰਕੇ ਤੁਹਾਨੂੰ ਵਿਚਾਲੇ ਰੋਕ ਰਿਹਾ, ਮਾਫੀ ਚਾਹੂੰਗਾ। ਪ੍ਰੋਫੈਸਰ ਸਾਹਿਬ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਛੋਟੇ